ਪੁਰਾਤਨ ਈਰਾਨ ਦੀ ਗੱਲ ਹੈ ਕਿ ਉੱਥੇ ਇੱਕ ਦੁਕਾਨਦਾਰ ਬਹੁਤ ਖੁਸ਼ਹਾਲ ਜ਼ਿੰਦਗੀ ਜਿਉ ਰਿਹਾ ਸੀ। ਪਰਮਾਤਮਾ ਨੇ ਉਸ 'ਤੇ ਮਿਹਰ ਕੀਤੀ ਹੋਈ ਸੀ ਅਤੇ ਉਸ ਨੂੰ ਹਰ ਇੱਕ ਉਹ ਜ਼ਰੂਰੀ ਸ਼ੈ ਦਿੱਤੀ ਹੋਈ ਸੀ ਜੋ ਆਦਮੀ ਨੂੰ ਬੁਨਿਆਦੀ ਤੌਰ 'ਤੇ ਚਾਹੀਦੀ ਹੁੰਦੀ ਹੈ ਇੱਕ ਚੰਗਾ ਜੀਵਨ ਜਿਉਣ ਦੇ ਲਈ। ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ। ਹਰ ਰੋਜ਼ ਸਮੇਂ ਸਿਰ ਦੁਕਾਨ 'ਤੇ ਪਹੁੰਚਿਆ ਕਰਦਾ, ਖਾਣ ਪੀਣ ਦਾ ਸਮਾਨ ਬਣਾ ਕੇ ਵੇਚਦਾ ਸੀ। ਮੁੱਖ ਤੌਰ 'ਤੇ ਉਹ ਸਵੇਰ, ਦੁਪਹਿਰ ਅਤੇ ਰਾਤ ਦਾ ਖਾਣਾ ਬਣਾ ਕੇ ਵੇਚਿਆ ਕਰਦਾ ਸੀ। ਇੱਕ ਵਾਰ ਕੀ ਹੋਇਆ ਕਿ ਉਹ ਰਾਤ ਦਾ ਖਾਣਾ ਬਣਾ ਕੇ ਵੇਚਣ ਦਾ ਕੰਮ ਤਕਰੀਬਨ ਮੁਕੰਮਲ ਕਰ ਚੁੱਕਿਆ ਸੀ ਕਿ ਉੱਥੇ ਇੱਕ ਕਾਜ਼ੀ ਆ ਪਹੁੰਚਿਆ। ਕਾਜ਼ੀ ਉਹਨਾਂ ਦੇ ਦੇਸ਼ ਵਿੱਚ ਬਹੁਤ ਉੱਚਾ ਰੁਤਬਾ ਰੱਖਦੇ ਨੇ। ਉਹ ਉੱਥੇ ਨਿਆਂ ਦੇ ਫੈਸਲੇ ਵਗੈਰਾ ਵੀ ਕਰਵਾਉਂਦੇ ਹਨ। ਸੋ ਕਾਜ਼ੀ ਸਾਹਿਬ ਦੇ ਆਗਮਨ 'ਤੇ ਉਸ ਦੁਕਾਨਦਾਰ ਨੇ ਪੁੱਛਿਆ ਕਿ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਕਾਜ਼ੀ ਸਾਹਿਬ ਨੇ ਕਿਹਾ ਕਿ ਦੇਖ ਭਾਈ, ਮੈਂ ਖਾਣਾ ਖਾਣਾ ਹੈ। ਅੱਗੋਂ ਉਹ ਦੁਕਾਨਦਾਰ ਉੱਤਰ ਦਿੰਦਾ ਕਿ ਹੁਣ ਤਾਂ ਬਹੁਤ ਦੇਰੀ ਹੋ ਗਈ ਹੈ, ਮੇਰਾ ਸਾਰਾ ਖਾਣਾ ਵਿਕ ਚੁੱਕਿਆ। ਉਹ ਕਹਿੰਦਾ ਪਰ ਮੈਂ ਤਾਂ ਦੇਖ ਰਿਹਾ ਕਿ ਇੱਕ ਥਾਲੀ ਦੇ ਵਿੱਚ ਤੂੰ ਦਾਲ ਪਾ ਕੇ ਰੱਖੀ ਹੋਈ ਹੈ, ਸਲਾਦ ਰੱਖਿਆ ਹੋਇਆ, ਕੁਝ ਫੁਲਕੇ ਵੀ ਰੱਖੇ ਹੋਏ ਨੇ। ਇੱਕ ਬੰਦੇ ਦਾ ਖਾਣਾ ਤਾਂ ਘੱਟੋ ਘੱਟ ਹੈ, ਮੈਂ ਥਾਲੀ ਦੇਖ ਸਕਦਾ ਅਤੇ ਬਿਲਕੁਲ ਇਹ ਗਰਮ ਲੱਗ ਰਿਹਾ, ਤਾਜ਼ਾ ਲੱਗ ਰਿਹਾ, ਇਹਦੇ ਵਿੱਚੋਂ ਗਰਮ ਭਾਫਾਂ ਨਿਕਲ ਰਹੀਆਂ ਨੇ, ਫਿਰ ਤੂੰ ਮੈਨੂੰ ਝੂਠ ਕਿਉਂ ਬੋਲ ਰਿਹਾ। ਅੱਗੋਂ ਦੁਕਾਨਦਾਰ ਉੱਤਰ ਦਿੰਦਾ ਕਿ ਮੈਨੂੰ ਹੁਣੇ ਤੁਹਾਡੇ ਆਉਣ ਤੋਂ 2-4 ਮਿੰਟ ਪਹਿਲਾਂ ਇੱਕ ਸ਼ਖਸ ਪੈਸੇ ਫੜਾ ਕੇ ਗਿਆ ਅਤੇ ਉਹ ਕੁਛ ਆਪਣੇ ਲਈ ਹੋਰ ਖਰੀਦਣ ਗਿਆ। ਉਸਨੇ ਕਿਹਾ ਕਿ ਤੁਸੀਂ ਖਾਣਾ ਪਾ ਕੇ ਰੱਖੋ, ਮੈਂ ਆ ਰਿਹਾ। ਕਾਜ਼ੀ ਸਾਹਿਬ ਕਹਿੰਦੇ ਕਿ ਨਹੀਂ, ਮੈਨੂੰ ਭੁੱਖ ਸ਼ਦੀਦ ਲੱਗੀ ਹੋਈ ਹੈ ਅਤੇ ਇਹ ਖਾਣਾ ਮੈਂ ਖਾਣਾ ਚਾਹੁੰਦਾ। ਉਹ ਕਹਿੰਦਾ ਗਲਤ ਗੱਲ ਹੈ, ਮੈਂ ਪੈਸੇ ਫੜੇ ਹੋਏ ਨੇ, ਮੈਂ ਕੀ ਜਵਾਬ ਦਿਆਂਗਾ। ਉਹ ਇਨਸਾਨ ਮੇਰੇ 'ਤੇ ਮੁਕੱਦਮਾ ਕਰ ਦੇਵੇਗਾ ਕਿਉਂਕਿ ਮੈਂ ਉਸ ਤੋਂ ਪੈਸੇ ਲੈ ਕੇ ਉਸ ਨੂੰ ਇਹ ਜ਼ੁਬਾਨ ਦੇ ਚੁੱਕਿਆ ਕਿ ਮੈਂ ਤੇਰਾ ਖਾਣਾ ਪਾ ਕੇ ਰੱਖ ਰਿਹਾ। ਹੁਣ ਮੈਂ ਕਿਹੜੀ ਮੂੰਹ ਨਾਲ ਉਸ ਨੂੰ ਝੂਠ ਬੋਲਾਂਗਾ। ਕਾਜ਼ੀ ਸਾਹਿਬ ਕਹਿੰਦੇ ਕਿ ਦੇਖ ਭਾਈ, ਮੁਕੱਦਮਾ ਕਰੇਗਾ ਤਾਂ ਚਿੰਤਾ ਨਾ ਕਰ, ਮੁਕੱਦਮਾ ਮੇਰੇ ਕੋਲ ਹੀ ਆਉਣਾ। ਜੇ ਇੱਕ ਕਾਜ਼ੀ ਤੇਰੀ ਦੁਕਾਨ ਤੋਂ ਖਾਲੀ ਹੱਥ ਮੁੜਿਆ ਤਾਂ ਇਹ ਵੀ ਹੋ ਸਕਦਾ ਕਿ ਕੱਲ੍ਹ ਨੂੰ ਤੇਰਾ ਕਾਰੋਬਾਰ ਡਾਵਾਂਡੋਲ ਹੋ ਜਾਵੇ, ਤੈਨੂੰ ਘਾਟਾ ਪੈਣ ਲੱਗ ਜਾਵੇ। ਹੁਣ ਜਦੋਂ ਕੋਈ ਵੀ ਇਨਸਾਨ ਇਹੋ ਜਿਹੀ ਗੱਲ ਸੁਣਦਾ ਅਤੇ ਉਸ ਦਾ ਮਨ ਘਬਰਾ ਜਾਂਦਾ। ਉਸਨੇ ਕਿਹਾ ਚਲੋ ਠੀਕ ਹੈ, ਮੁਕੱਦਮਾ ਕਰੇਗਾ ਤਾਂ ਦੇਖਿਆ ਜਾਵੇਗਾ, ਕਾਜ਼ੀ ਸਾਹਿਬ ਮੇਰੇ ਨਾਲ ਖੜ੍ਹੇ ਨੇ। ਉਸਨੇ ਕਿਹਾ ਕਿ ਠੀਕ ਹੈ, ਇਹ ਖਾਣਾ ਤੁਸੀਂ ਲੈ ਕੇ ਕਿਸੇ ਇਕਾਂਤ ਜਗ੍ਹਾ 'ਤੇ ਬੈਠ ਕੇ ਖਾ ਲਵੋ, ਇੱਥੇ ਬੈਠ ਕੇ ਖਾਓਗੇ ਤਾਂ ਉਹ ਆ ਕੇ ਇਤਰਾਜ਼ ਕਰੇਗਾ। ਕਾਜ਼ੀ ਸਾਹਿਬ ਕਹਿੰਦੇ ਠੀਕ ਹੈ, ਇਹ ਮੈਨੂੰ ਮਨਜ਼ੂਰ ਹੈ। ਉਹ ਖਾਣਾ ਲੈ ਕੇ ਉੱਥੋਂ ਚਲੇ ਗਏ। ਚੰਦ ਮਿੰਟਾਂ ਬਾਅਦ ਉਹ ਸ਼ਖਸ ਆ ਗਿਆ। ਉਸਨੇ ਆ ਕੇ ਕਿਹਾ ਕਿ ਮੇਰਾ ਖਾਣਾ ਤੁਸੀਂ ਲਗਾਇਆ ਨਹੀਂ ਹੋਇਆ। ਅੱਗੋਂ ਉਸ ਨੂੰ ਉੱਤਰ ਮਿਲਦਾ ਕਿ ਨਹੀਂ, ਤੇਰੇ ਖਾਣੇ ਦੀ ਇੱਕ ਥਾਲੀ ਭਰ ਕੇ ਮੈਂ ਇੱਥੇ ਰੱਖੀ ਸੀ, ਅਚਾਨਕ ਉਹ ਗਾਇਬ ਹੋ ਗਈ। ਪਤਾ ਨਹੀਂ ਕੀ ਵਾਪਰਿਆ, ਤੂੰ ਮੈਂ ਹੋ ਗਈ, ਉਹਨਾਂ ਦੋਹਾਂ ਦੀ ਆਪਸ ਦੇ ਵਿੱਚ ਬਹਿਸ ਹੋ ਗਈ। ਉਹ ਬੰਦਾ ਕਹਿੰਦਾ ਤੂੰ ਮੈਨੂੰ ਪਾਗਲ ਬਣਾ ਰਿਹਾ, ਇਹ ਸੰਭਵ ਹੀ ਨਹੀਂ, ਇੱਥੋਂ ਕੋਈ ਚੀਜ਼ ਕਿਵੇਂ ਕੋਈ ਪ੍ਰਗਟ ਹੋ ਸਕਦੀ ਹੈ, ਕਿਵੇਂ ਕੋਈ ਚੀਜ਼ ਗਾਇਬ ਹੋ ਸਕਦੀ ਹੈ। ਉਸਨੇ ਕਿਹਾ ਮੈਂ ਤੇਰੇ 'ਤੇ ਮੁਕੱਦਮਾ ਕਰਾਂਗਾ, ਕੱਲ੍ਹ 4 ਬੰਦੇ ਇਕੱਠੇ ਕਰਕੇ ਤੇਰੀ ਦੁਕਾਨ 'ਤੇ ਲੈ ਕੇ ਆਵਾਂਗਾ ਅਤੇ ਤੈਨੂੰ ਘਸੀਟ ਕੇ ਅਸੀਂ ਕਾਜ਼ੀ ਦੇ ਕੋਲ ਲੈ ਕੇ ਜਾਵਾਂਗੇ, ਕਾਜ਼ੀ ਸਾਹਿਬ ਤੋਂ ਅਸੀਂ ਫੈਸਲਾ ਕਰਵਾਵਾਂਗੇ। ਉਹ ਕਹਿੰਦਾ ਮੈਨੂੰ ਮਨਜ਼ੂਰ ਹੈ। ਅਗਲਾ ਦਿਨ ਚੜ੍ਹਿਆ, ਟਾਈਮ ਨਾਲ ਹੀ ਉਹ 4 ਬੰਦੇ ਲੈ ਕੇ ਉਸ ਦੀ ਦੁਕਾਨ 'ਤੇ ਪਹੁੰਚ ਗਿਆ। ਉਸ ਨੂੰ ਕਾਜ਼ੀ ਦੇ ਕੋਲ ਲੈ ਕੇ ਜਾਣ ਲੱਗੇ। ਉਸਨੇ ਕਿਹਾ ਕਿ ਮੈਨੂੰ ਕੋਈ ਧੂਏ ਨਾ, ਕੋਈ ਖਿੱਚੇ ਨਾ, ਮੈਂ ਆਪਣੇ ਆਪ ਕਾਜ਼ੀ ਕੋਲ ਜਾਣ ਲਈ ਤਿਆਰ ਹਾਂ। ਉਹਨਾਂ ਦੇ ਨਾਲ ਬੀਬਾ ਬੰਦਾ ਬਣ ਕੇ ਕਾਜ਼ੀ ਦੇ ਘਰ ਵੱਲ ਨੂੰ ਤੁਰ ਪਿਆ। ਹੁਣ ਰਸਤੇ ਦੇ ਵਿੱਚ ਜਦੋਂ ਉਹ ਜਾ ਰਹੇ ਸਨ, ਰਸਤੇ ਦੇ ਵਿੱਚ ਇੱਕ ਲੜਾਈ ਹੋ ਰਹੀ ਸੀ। ਇਹ 4 ਬੰਦੇ ਤਾਂ ਗੁੱਸੇ ਦੇ ਵਿੱਚ ਸਨ, ਖਫਾ ਸਨ, ਪਰ ਉਹ ਦੁਕਾਨਦਾਰ ਉਸਨੇ ਦੇਖਿਆ ਕਿ 2 ਲੋਕ ਲੜ ਰਹੇ ਨੇ, ਹੱਥੋਂ ਪਾਈ ਹੋ ਰਹੇ ਨੇ, ਭੱਜ ਕੇ ਮੈਂ ਛੁਡਵਾ ਦਿੰਦਾ। ਜਦੋਂ ਲੜਾਈ ਦੇ ਵਿੱਚ ਤੂੰ ਮੈਂ ਦੇ ਵਿੱਚ ਜਾ ਕੇ ਪਿਆ, ਦੋਹਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਨੂੰ ਪਾਸੇ ਕਰਦਿਆਂ ਇਸ ਤੋਂ ਬੜੇ ਜ਼ੋਰ ਨਾਲ ਧੱਕਾ ਵੱਜ ਗਿਆ। ਜਦੋਂ ਧੱਕਾ ਵੱਜਾ, ਉਹ ਇਸ ਤਰੀਕੇ ਨਾਲ ਧਰਤੀ 'ਤੇ ਡਿੱਗਾ ਕਿ ਉਸ ਦਾ ਗਿੱਟਾ ਟੁੱਟ ਗਿਆ, ਭਾਵ ਪੈਰ ਉਸ ਦਾ ਮਰੋੜਿਆ ਗਿਆ, ਐਸਾ ਮਰੋੜਿਆ ਗਿਆ ਕਿ ਉਸ ਦੇ ਗਿੱਟੇ ਦਾ ਨੁਕਸਾਨ ਹੋ ਗਿਆ। ਉਸਨੇ ਰੋਣਾ ਚੀਕਣਾ ਸ਼ੁਰੂ ਕਰ ਦਿੱਤਾ। ਉਸ ਦੇ ਸਗੇ ਸੰਬੰਧੀ ਉਹਦੇ ਕੋਲ ਪਹੁੰਚ ਗਏ। ਉਸਨੇ ਕਿਹਾ ਕਿ ਮੈਂ ਇਸ ਬੰਦੇ ਨੂੰ ਜਾਣਦਾ ਹਾਂ, ਇਹ ਦੁਕਾਨਦਾਰ ਹੈ ਅਤੇ ਮੈਂ ਇਸ 'ਤੇ ਮੁਕੱਦਮਾ ਕਰਾਂਗਾ। ਹੁਣ ਉਹ ਬੰਦਾ ਸ਼ਦੀਦ ਡਰ ਗਿਆ। ਉਹ ਵੀ ਉਸ ਦੇ ਨਾਲ ਤੁਰ ਪਏ। ਪਹਿਲਾਂ ਇੱਕ ਮੁਕੱਦਮਾ ਸੀ, ਮੁਕੱਦਮੇ ਹੁਣ 2 ਹੋ ਗਏ। ਦੁਕਾਨਦਾਰ ਨੂੰ ਕੁਛ ਵੀ ਸੁੱਝੇ ਨਾ, ਕੁਛ ਵੀ ਸਮਝ ਨਾ ਪਵੇ ਕਿ ਜਿਹੜਾ ਖਾਣੇ ਵਾਲਾ ਮੁਕੱਦਮਾ ਹੈ, ਰੋਟੀ ਵਾਲਾ ਮੁਕੱਦਮਾ, ਉਹ ਤਾਂ ਕਾਜ਼ੀ ਸਾਹਿਬ ਨੇ ਮੇਰੇ ਹੱਕ ਵਿੱਚ ਫੈਸਲਾ ਦੇਣਾ, ਪਰ ਇੱਥੇ ਤਾਂ ਮੇਰੀ ਗਲਤੀ ਸਿੱਧ ਹੋ ਜਾਵੇਗੀ। ਇਹ ਗਲਤ ਹੋ ਗਿਆ, ਮੈਂ ਉਸ ਦਾ ਗਿੱਟਾ ਤੋੜ ਬੈਠਾ ਹਾਂ, ਮੈਨੂੰ ਉਹ ਕੋਈ ਕਰੜੀ ਸਜ਼ਾ ਦੇ ਦੇਣਗੇ। ਇੰਨੇ ਲੋਕ ਇਕੱਠੇ ਨੇ, ਸਾਰੇ ਮੇਰੇ ਖਿਲਾਫ ਨੇ, ਮੇਰੇ ਬਾਰੇ ਕੋਈ ਨਾ ਕੋਈ ਬਹੁਤ ਮੰਦਭਾਗਾ ਜਿਹੜਾ ਭਵਿੱਖ ਹੈ ਉਸ ਦਾ ਫੈਸਲਾ ਹੋ ਜਾਵੇਗਾ। ਹੁਣ ਜਦੋਂ ਇਹ ਗੱਲਾਂ ਉਹਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸਨ, ਇਸ ਸਾਰੀ ਕਸ਼ਮਕਸ਼ 'ਤੇ ਚੱਲਦਿਆਂ ਉਸਨੇ ਇੱਕ ਫੈਸਲਾ ਕੀਤਾ ਕਿ ਮੈਂ ਇਸ ਤਰ੍ਹਾਂ ਕਰਦਾ ਹਾਂ,
ਭੱਜ ਕੇ ਮੈਂ ਇਹਨਾਂ ਤੋਂ ਜਾਨ ਛੁਡਾ ਕੇ ਮੈਂ ਖੁਦਕੁਸ਼ੀ ਕਰ ਲੈਣਾ, ਮੈਂ ਖਹਿੜਾ ਛੁਡਵਾ ਲੈਣਾ, ਮਾੜਾ ਦੌਰ ਤਾਂ ਸੱਚਮੁੱਚ ਮੇਰੇ ਤੇ ਸ਼ੁਰੂ ਹੋ ਗਿਆ। ਇਹ ਫੈਸਲਾ ਲੈ ਕੇ ਉਸਨੇ ਉੱਥੋਂ ਭੱਜ ਪਿਆ, ਉਹਨਾਂ ਤੋਂ ਆਪਣੇ ਹੱਥ ਛੁਡਵਾ ਕੇ ਭੱਜ ਕੇ ਕਿਸੇ ਦੇ ਮਕਾਨ ਤੇ ਚੜ੍ਹ ਗਿਆ। ਮਕਾਨ ਤੇ ਚੜ੍ਹ ਕੇ ਉਸਨੇ ਅੱਗੇ ਛਾਲ ਮਾਰ ਦਿੱਤੀ ਬਿਨਾਂ ਕੁਛ ਦੇਖਿਆ ਹੋਇਆ। ਅੱਗੇ ਇੱਕ ਬਜ਼ੁਰਗ ਬਾਬਾ ਬੈਠਾ ਹੋਇਆ ਸੀ, ਉਹ ਉਹਦੇ ਉੱਤੇ ਡਿੱਗ ਪਿਆ। ਉਸਦਾ ਆਪਣਾ ਤਾਂ ਕੁਛ ਨਾ ਵਿਗੜਿਆ, ਉਹ ਬਜ਼ੁਰਗ ਬਾਬਾ ਚੜ੍ਹਾਈ ਕਰ ਗਿਆ, ਉਸ ਸਵਾਸ ਤੇ ਆ ਗਿਆ। ਉਸਦੇ ਪਰਿਵਾਰ ਵਾਲੇ ਵੀ ਰੋਣ ਪਿੱਟਣ ਲੱਗ ਪਏ, ਕਹਿੰਦੇ ਬਾਕੀ ਦੀਆਂ ਕਾਰਵਾਈਆਂ ਬਾਅਦ ਵਿੱਚ ਕਰਾਂਗੇ, ਪਹਿਲਾਂ ਇਸ ਸ਼ਖਸ ਨੂੰ ਸਜ਼ਾ ਦਿਵਾਉਣੀ ਹੈ। ਉਹ ਕਹਿੰਦਾ ਠੀਕ ਹੈ ਭਾਈ, ਦਵਾ ਲਵੋ, ਮੈਂ ਤਾਂ ਪਹਿਲਾਂ ਹੀ ਕਰਮਾਂ ਦਾ ਮਾਰਿਆ ਗਿਆ ਹਾਂ ਕੱਲ ਰਾਤ ਤੋਂ। ਉਹ ਕਹਿੰਦੇ ਚੱਲ ਤੈਨੂੰ ਕਾਜੀ ਦੇ ਲੈ ਕੇ ਜਾਂਦੇ ਆ। ਉਹ ਕਹਿੰਦਾ ਪਹਿਲਾਂ ਵੀ ਕਾਜੀ ਦੇ ਲਿਜਾਣ ਵਾਲੇ ਨੇ, ਤੁਸੀਂ ਵੀ ਨਾਲ ਚੱਲ ਪਓ। ਸੋ ਉਹ ਸਾਰੇ ਜਾਣੇ ਇਕੱਠੇ ਹੋ ਕੇ ਕਾਜੀ ਦੇ ਦਰਬਾਰ ਚਲੇ ਗਏ। ਹੁਣ ਉਹਦੇ ਉੱਪਰ 3 ਮੁਕੱਦਮੇ ਬਣ ਗਏ। ਪਹਿਲਾ, ਰੋਟੀ ਕਿਸੇ ਹੋਰ ਨੂੰ ਖਵਾਉਣ ਦਾ ਜਾਂ ਚੁਕਵਾਉਣ ਦਾ, ਬੰਦੇ ਨੂੰ ਜ਼ੁਬਾਨ ਦੇ ਕੇ ਮੁਕਰਨ ਦਾ। ਦੂਸਰਾ, ਇੱਕ ਇਨਸਾਨ ਦਾ ਗਿੱਟਾ ਤੋੜਨ ਦਾ ਮੁਕੱਦਮਾ। ਤੀਜਾ ਮੁਕੱਦਮਾ ਇੱਕ ਬੰਦੇ ਦੀ ਮੌਤ ਦਾ, ਇੱਕ ਬੰਦੇ ਦੀ ਮੌਤ ਦਾ ਕਾਰਨ ਬਣ ਗਿਆ ਸੀ। ਹੁਣ 3 ਮੁਕੱਦਮੇ ਚੱਲਣੇ ਸਨ। ਕਾਜੀ ਸਾਹਿਬ ਬੈਠ ਗਏ। ਕਾਜੀ ਸਾਹਿਬ ਨੇ ਉਸ ਨੂੰ ਪਛਾਣ ਲਿਆ। ਉਹਨਾਂ ਨੇ ਕਿਹਾ ਕਿ ਦੱਸੋ ਭਾਈ। ਸਭ ਤੋਂ ਪਹਿਲਾਂ ਰੋਟੀ ਵਾਲੇ ਸ਼ਖਸ ਤੋਂ ਪੁੱਛਿਆ। ਉਸ ਨੂੰ ਪੁੱਛਿਆ ਕਿ ਦੱਸ ਤੇਰੀ ਕੀ ਸੇਵਾ ਕਰ ਸਕਦਾ ਹਾਂ, ਕੀ ਮਦਦ ਕਰ ਸਕਦਾ ਹਾਂ। ਉਸਨੇ ਦੱਸਿਆ ਕਿ ਇਸ ਤਰ੍ਹਾਂ ਇਸ ਇਨਸਾਨ ਨੇ ਪੈਸੇ ਫੜ ਲਏ, ਖਾਣਾ ਮੈਂ ਇਹਦੇ ਕੋਲ ਦੇਖਿਆ ਸੀ, ਇਹ ਥਾਲੀ ਦੇ ਵਿੱਚ ਪਾ ਰਿਹਾ ਸੀ, ਅਤੇ ਜਦੋਂ ਮੈਂ ਮੁੜ ਕੇ ਆਇਆ ਤਾਂ ਕਹਿੰਦਾ ਉਹ ਥਾਲੀ ਗਾਇਬ ਹੋ ਗਈ ਹੈ। ਇਹ ਕਿਵੇਂ ਸੰਭਵ ਹੈ? ਕਾਜੀ ਸਾਹਿਬ ਉਸ ਨੂੰ ਪੁੱਛਦੇ ਕਿ ਕੀ ਤੂੰ ਪਰਮਾਤਮਾ 'ਤੇ ਭਰੋਸਾ ਕਰਦਾ? ਕਹਿੰਦਾ ਹਾਂ ਕਰਦਾ। ਕੀ ਤੂੰ ਮੰਨਦਾ ਕਿ ਪਰਮਾਤਮਾ ਕੋਈ ਵੀ ਚਮਤਕਾਰ ਕਰ ਸਕਦੇ ਹਨ? ਕਹਿੰਦਾ ਹਾਂ ਮੰਨਦਾ। ਕਹਿੰਦਾ ਫਿਰ ਤੂੰ ਇਹ ਕਿਉਂ ਨਹੀਂ ਮੰਨ ਸਕਦਾ ਕਿ ਪਰਮਾਤਮਾ ਦੇ ਚਮਤਕਾਰ ਨਾਲ ਉਹ ਥਾਲੀ ਕੋਈ ਦੈਵੀ ਸ਼ਕਤੀ ਲੈ ਗਈ ਹੋਵੇ? ਜੇ ਤੂੰ ਇਹ ਗੱਲ ਮੰਨਦਾ ਤਾਂ ਠੀਕ ਹੈ, ਜੇ ਨਹੀਂ ਮੰਨਦਾ ਤਾਂ ਮੰਨ ਲੈਂਦੇ ਹਾਂ ਕਿ ਤੂੰ ਕਾਫਰ ਹੈ, ਤੈਨੂੰ ਧਰਮ ਤੋਂ ਬਾਹਰ ਕਰ ਦਿੰਦੇ ਹਾਂ। ਇੰਨੀ ਗੱਲ ਸੁਣ ਕੇ ਉਹ ਬੰਦਾ ਬੁਰੀ ਤਰ੍ਹਾਂ ਡਰ ਗਿਆ। ਉਹ ਕਹਿੰਦਾ ਨਹੀਂ, ਮੈਂ ਆਪਣਾ ਮੁਕੱਦਮਾ ਵਾਪਸ ਲੈਣਾ ਅਤੇ ਮੈਂ ਸਾਰਿਆਂ ਤੋਂ ਮਾफ़ੀ ਮੰਗਦਾ। ਮੈਂ ਮੰਨਦਾ ਕਿ ਇਹ ਇਨਸਾਨ ਬੇਗੁਨਾਹ ਹੈ, ਬੇਕਸੂਰ ਹੈ। ਕਾਜੀ ਸਾਹਿਬ ਨੇ ਫਿਰ ਦੂਜੇ ਸ਼ਖਸ ਤੋਂ ਪੁੱਛਿਆ ਕਿ ਦੱਸ ਭਾਈ ਤੇਰਾ ਕੀ ਕੇਸ ਹੈ, ਤੇਰਾ ਕੀ ਮੁਕੱਦਮਾ ਹੈ? ਤਾਂ ਉਸਨੇ ਦੱਸਿਆ ਕਿ ਇਸ ਤਰ੍ਹਾਂ ਮੇਰੀ ਇੱਕ ਲੜਾਈ ਹੋ ਰਹੀ ਸੀ, ਇਹ ਪਤਾ ਨਹੀਂ ਤੀਜਾ ਬੰਦਾ ਕਿੱਥੋਂ ਆਇਆ, ਹੱਥੋਂ ਪਾਈ ਦੇ ਵਿੱਚ ਇਸ ਨੇ ਸਾਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇਸ ਨੇ ਮੇਰਾ ਗਿੱਟਾ ਤੋੜ ਦਿੱਤਾ। ਕਾਜੀ ਸਾਹਿਬ ਕਹਿੰਦੇ ਕਿ ਕੀ ਤੂੰ ਮੰਨਦਾ ਕਿ ਤੁਹਾਨੂੰ ਛਡਵਾਉਣ ਆਇਆ ਸੀ? ਕਹਿੰਦਾ ਹਾਂਜੀ ਮੈਂ ਮੰਨਦਾ। ਕਾਜੀ ਸਾਹਿਬ ਕਹਿੰਦੇ ਫਿਰ ਕਾਨੂੰਨ ਦੇ ਮੁਤਾਬਕ ਤਾਂ ਜਿਹੜੀ ਸਜ਼ਾ ਹੈ, ਜਿਹੜਾ ਗੁਨਾਹ ਬੰਦੇ ਨੇ ਤੁਹਾਡੇ ਨਾਲ ਕੀਤਾ ਹੈ, ਉਹੋ ਜਿਹੀ ਉਸਨੂੰ ਸਜ਼ਾ ਦਿੱਤੀ ਜਾਵੇ। ਹੁਣ ਇਹਦਾ ਗਿੱਟਾ ਤੋੜਨਾ ਬਣਦਾ ਹੈ, ਪਰ ਗੱਲ ਇਸ ਤਰ੍ਹਾਂ ਹੈ, ਇਹ ਤੂੰ ਵੀ ਮੰਨ ਗਿਆ ਕਿ ਇਸਨੇ ਜਾਣਬੁੱਝ ਕੇ ਨਹੀਂ ਤੋੜਿਆ, ਸੋ ਇਸ ਦਾ ਅੱਧਾ ਗਿੱਟਾ ਤੋੜ ਸਕਦੇ ਹਾਂ, ਪਰ ਤੈਨੂੰ ਪਤਾ ਹੈ ਕਿ ਅੱਧਾ ਗਿੱਟਾ ਤੋੜਨਾ ਸੰਭਵ ਨਹੀਂ। ਸੋ ਇਸ ਤਰ੍ਹਾਂ ਕਰਦੇ ਹਾਂ, ਇਸ ਨੂੰ ਕਹਿੰਦੇ ਹਾਂ ਕਿ ਇਹ ਤੇਰਾ ਦੂਜਾ ਗਿੱਟਾ ਵੀ ਤੋੜ ਦੇਵੇ ਅਤੇ ਤੂੰ ਬਦਲੇ ਦੇ ਵਿੱਚ ਇਹਦਾ ਫਿਰ ਇੱਕ ਗਿੱਟਾ ਤੋੜ ਸਕਦਾ ਹੋਵੇਗਾ। ਕਾਜੀ ਸਾਹਿਬ ਦੀ ਗੱਲ ਸੁਣ ਕੇ ਉਹ ਵੀ ਡਰ ਗਿਆ ਕਿ ਇੱਕ ਤਾਂ ਮੈਂ ਤੜਵਾਈ ਬੈਠਾ ਹਾਂ, ਦੂਜਾ ਕਿਉਂ ਤੜਵਾਵਾਂ? ਉਹ ਕਹਿੰਦਾ ਠੀਕ ਹੈ, ਮੈਂ ਸਾਰੀ ਗੱਲ ਸਮਝ ਗਿਆ ਹਾਂ, ਮਾਮਲਾ ਮੇਰੀ ਸਮਝ ਆ ਗਿਆ, ਮੈਂ ਸਮਝ ਗਿਆ ਕਿ ਇਹ ਬੇਕਸੂਰ ਹੈ, ਇਹਦਾ ਕੋਈ ਗੁਨਾਹ ਨਹੀਂ, ਅਤੇ ਮੈਂ ਇਸ ਨੂੰ ਮਾफ़ੀ ਦੇਣਾ। ਤੁਹਾਡੇ ਅੱਗੇ ਵੀ ਗੁਜ਼ਾਰਿਸ਼ ਕਰਦਾ ਕਿ ਇਹਦਾ ਕੋਈ ਕਸੂਰ ਨਹੀਂ, ਇਹ ਬੇਕਸੂਰ ਹੈ, ਇਸ ਨੂੰ ਜਾਣ ਦਿਓ। ਕਾਜੀ ਸਾਹਿਬ ਨੇ ਫਿਰ ਤੀਜੀ ਸ਼ਖਸ ਤੋਂ ਪੁੱਛਿਆ ਕਿ ਦੱਸ ਭਾਈ ਤੇਰਾ ਕੀ ਮਸਲਾ ਹੈ? ਉਹ ਕਹਿੰਦਾ ਕਿ ਇਸ ਤਰ੍ਹਾਂ ਇਸ ਨੇ ਭੱਜ ਕੇ ਛਾਲ ਮਾਰੀ ਅਤੇ ਮੇਰੇ ਬਾਪ ਦੀ ਮੌਤ ਹੋ ਗਈ। ਹੁਣ ਦੱਸੋ ਕਿ ਕੀ ਕੀਤਾ ਜਾਵੇ? ਕਾਜੀ ਸਾਹਿਬ ਕਹਿੰਦੇ ਕਿ ਕਾਨੂੰਨ ਦੇ ਮੁਤਾਬਕ ਇਸ ਨੂੰ ਮੌਤ ਦੀ ਸਜ਼ਾ ਦੇਣੀ ਹੈ, ਅਤੇ ਦੇਣੀ ਵੀ ਬਿਲਕੁਲ ਉਸੇ ਤਰੀਕੇ ਨਾਲ ਹੈ। ਤੂੰ ਭੱਜ ਕੇ ਆਵੇਂਗਾ ਅਤੇ ਇਹਦੇ ਉੱਤੇ ਛਾਲ ਮਾਰ ਦੇਵੀਂ, ਇਹ ਮਰ ਜਾਵੇਗਾ। ਉਹ ਕਹਿੰਦਾ ਇਹ ਜ਼ਰੂਰੀ ਤਾਂ ਨਹੀਂ, ਮੈਂ ਛਾਲ ਮਾਰਾਂਗਾ ਤਾਂ ਇਹ ਵੀ ਹੋ ਸਕਦਾ ਕਿ ਇਹ ਅੱਗੋਂ ਉੱਠ ਜਾਵੇ। ਕਾਜੀ ਸਾਹਿਬ ਕਹਿੰਦੇ ਕਿ ਫਿਰ ਤੇਰਾ ਬਾਪ ਕਿਉਂ ਨਹੀਂ ਉੱਠਿਆ? ਜੇ ਇਹ ਉੱਠ ਸਕਦਾ ਤਾਂ ਉਹ ਵੀ ਤਾਂ ਉੱਠ ਸਕਦੇ ਸੀ। ਉਹ ਵੀ ਸਮਝ ਗਿਆ ਕਿ ਨਹੀਂ, ਮੇਰੀ ਦਾਲ ਨਹੀਂ ਗਲਣੀ। ਉਹ ਵੀ ਮੁਆਫ਼ੀ ਮੰਗ ਕੇ ਆਪਣੇ ਘਰ ਨੂੰ ਵਾਪਸ ਪਰਤ ਜਾਂਦਾ ਹੈ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨਾਲ ਜ਼ੁਬਾਨ ਕੀਤੀ ਹੈ ਉਸ ਤੋਂ ਨਾ ਮੁਕਰੋ। ਦੂਸਰੀ ਗੱਲ, ਕਦੇ ਵੀ ਕਿਸੇ ਦੇ ਖਿਲਾਫ ਸਾਜ਼ਿਸ਼ ਨਾ ਰਚੋ, ਛੜਯੰਤਰ ਨਾ ਰਚੋ। ਚਾਹੇ ਤੁਹਾਡਾ ਹੱਥ ਕਿਸੇ ਬਹੁਤ ਵੱਡੇ ਬੰਦੇ ਦੇ ਨਾਲ ਜਾ ਕੇ ਜੁੜਦਾ ਹੈ, ਪਰ ਫਿਰ ਵੀ ਰੱਬ ਦੇ ਦਰਬਾਰ ਸੱਚੀ ਰਹੋ। ਹੁਣ ਬੇਸ਼ੱਕ ਸਾਰੇ ਮੁਕੱਦਮਿਆਂ ਤੋਂ ਬਰੀ ਹੋ ਗਿਆ ਸੀ, ਪਰ ਉਹ ਦੋਵੇਂ ਝੂਠੇ ਪੈ ਗਏ ਸਨ, ਉਹ ਕਾਜੀ ਵੀ ਅਤੇ ਉਹ ਦੁਕਾਨਦਾਰ ਵੀ। ਤੀਜੀ ਗੱਲ ਹੈ ਕਿ ਕਿਸੇ ਵੀ ਬਗਾਨੇ ਫੱਟੇ ਦੇ ਵਿੱਚ ਟੰਗ ਨਾ ਅੜਾਓ। ਕਈ ਵਾਰ ਅਸੀਂ ਕਿਸੇ ਨਾਲ ਸੁਲ੍ਹਾ ਸਫਾਈ ਕਰਾਉਣ ਜਾਂਦੇ ਹਾਂ, ਕਿਸੇ ਤੀਜੇ ਬੰਦੇ ਦੀ, ਬਗੈਰ ਕੁਛ ਜਾਣਿਆ ਪਛਾਣਿਆ, ਬਗੈਰ ਕੁਛ ਪੁੱਛਿਆ। ਸਾਨੂੰ ਨਹੀਂ ਪਤਾ ਹੁੰਦਾ ਕਿ ਕਿਹਦਾ ਕਸੂਰ ਹੈ, ਕਿਹੜਾ ਬੇਕਸੂਰ ਹੈ। ਉੱਥੇ ਵੀ ਸਾਡੇ ਵਰਗਾ ਕਈ ਵਾਰ ਨੁਕਸਾਨ ਕਰਾ ਪੈਂਦਾ ਹੈ। ਅਖੀਰਲੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਹਰੇਕ ਧਾਰਮਿਕ ਬੰਦਾ ਸੱਚਾ ਸੁੱਚਾ ਨਹੀਂ ਹੁੰਦਾ। ਕਈ ਵਾਰੀ ਕਿਸੇ ਬੰਦੇ ਨੇ ਧਾਰਮਿਕ ਬਾਣਾ ਇਸੇ ਕਰਕੇ ਪਾਇਆ ਹੁੰਦਾ ਕਿਉਂਕਿ ਉਸਨੇ ਬਹੁਤ ਸਾਰੇ ਗਲਤ ਕੰਮ ਕਰਨੇ ਹੁੰਦੇ ਨੇ, ਜਿਵੇਂ ਇਸ ਇੱਕ ਜਾਲੀ ਕਾਜੀ ਨੇ ਪਾਇਆ ਸੀ। ਬਹੁਤ ਸਾਰੇ ਕਾਜੀ ਨਿਆਂ ਪਸੰਦ ਹੁੰਦੇ ਸਨ,
ਪਰ ਇਹ ਕਾਜੀ ਤਾਂ ਆਪਣੇ ਮੁਫਾਦਾਂ ਲਈ ਇਹ ਸਾਰੇ ਕੁਛ ਨੂੰ ਵਰਤ ਗਿਆ। ਉਸੇ ਤਰੀਕੇ ਨਾਲ ਅੱਜ ਦੇ ਸਮਾਜ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਧਰਮ ਦੀ ਆੜ ਵਿੱਚ ਗਲਤ ਕੰਮ ਕਰਦੇ ਨੇ। ਸੋ ਹਮੇਸ਼ਾ ਕਿਸੇ ਦੇ ਉੱਤੇ ਉਸਦਾ ਬਾਣਾ ਦੇਖ ਕੇ, ਉਸਦੀ ਦਿੱਖ ਵੇਖ ਕੇ ਯਕੀਨ ਕਰ ਲੈਣਾ ਵੀ ਠੀਕ ਨਹੀਂ ਹੁੰਦਾ।